तो साध संगत जी सवाल आप जी वालों आए ने ਵੱਖ-ਵੱਖ ਵਿਸ਼ਿਆਂ ਤੇ। तो ਆਪਾਂ ਇੱਕ ਇੱਕ ਸਵਾਲ ਕਰਕੇ ਆਪ ਨਾਲ ਸਾਂਝ ਪਾਉਂਦੇ ਹਾਂ ਜੀ। ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਜੀ, ਉਹ ਡਾਕਟਰ ਕਿਰਪਾਲ ਸਿੰਘ ਜੀ ਨੇ ਭੇਜਿਆ ਸੀਗਾ ਕਿ ਜਿਹੜਾ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਇਹ ਸ਼ਬਦ ਦੀ ਇੱਕ ਤੁਕ ਹੈ ਵਿਚਲੀ ਮੈਂ ਜਿਹੜੀ ਪੜ੍ਹ ਰਿਹਾ। तो उन्होंने पूछा भी ये जड़ा नरपत एक सिंघासन सोया भी ये जड़ी साखी है ਇਹਦਾ ਕੀ ਭਾਵ ਕੀ ਹੈ ਜਾਂ ਕਿਹੜੀ ਚੀਜ਼ ਨੂੰ ਦਰਸਾਉਂਦੀ, ਕਿਉਂਕਿ ਹਮੇਸ਼ਾ ਹਰੇਕ ਸ਼ਬਦ ਦੇ ਵਿੱਚ ਕੋਈ ਡੂੰਘਾ ਭਾਵ ਲੁਕਿਆ ਹੁੰਦਾ। तो ਇਸ ਬਾਰੇ ਕਿਉਂਕਿ ਉਹਨਾਂ ਨੇ ਪੁੱਛਿਆ ਤੇ ਪਹਿਲੇ ਤਾਂ ਮੈਂ ਖਿਮਾ ਮੰਗਦਾ ਵੀ ਪਿਛਲੇ ਹਫਤੇ ਸਾਡੇ ਕੋਲ ਸਮਾਂ ਨਹੀਂ ਸੀ, ਹੋ ਨਹੀਂ ਸਕਿਆ। तो ਅੱਜ ਮੈਂ ਵੀਰ MP ਸਿੰਘ ਨੂੰ ਬੇਨਤੀ ਕੀਤੀ ਹੈ ਵੀ ਕਿਰਪਾ ਕਰਕੇ ਇਸ ਤੁਕ ਦਾ ਔਰ ਇਸ ਸ਼ਬਦ ਦਾ ਸੰਖੇਪ ਜਿਹਾ ਭਾਵ ਸਾਨੂੰ, ਤਾਂ ਜੇ ਇਹ ਤੁਕ ਜਿਹੜੀ ਹੈ ਕਿ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਉਹ ਕਲੀਅਰ ਹੋ ਜਾਏ। ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਪੰਕਤੀ ਬਾਰੇ ਸਵਾਲ ਹੈ ਉਹ ਭਗਤ ਰਵਿਦਾਸ ਜੀ ਦੇ ਸਵਰਟ ਰਾਗ ਦੇ ਸ਼ਬਦ ਵਿੱਚੋਂ ਲਈ ਗਈ ਹੈ। शब्द स्क्रीन ਤੇ ਆਪ ਜੀ ਦੇ ਸਾਹਮਣੇ ਡਿਸਪਲੇ ਕਰਵਾਇਆ ਗਿਆ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 657 ਦੇ ਉੱਪਰ ਸੁਸ਼ੋਭਿਤ ਹੈ। ਸੋ ਜਿਵੇਂ ਕਿ ਅਸੀਂ ਹਮੇਸ਼ਾ ਹੀ ਇਹ ਗੱਲ ਸੰਗਤ ਨਾਲ ਸਾਂਝੀ ਕਰਦੇ ਹਾਂ ਕਿ ਕਿਸੇ ਵੀ ਗੁਰਬਾਣੀ ਦੀ ਪੰਕਤੀ ਦਾ ਅਰਥ ਭਾਵ ਸਮਝਣਾ ਹੋਵੇ ਤਾਂ ਉਸ ਸ਼ਬਦ ਦੇ ਰਹਾਉ ਦੇ ਨਾਲ ਉਹਦਾ ਸੰਬੰਧ ਜੋੜ ਕੇ ਹੀ ਉਸ ਪੰਕਤੀ ਦੇ ਅਰਥ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਕੱਲਿਆਂ ਵਿੱਚੋਂ ਅਗਰ ਜੇ ਕਈ ਵਾਰੀ ਪੰਕਤੀ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਈ ਵਾਰੀ ਗੱਲ ਸਪਸ਼ਟ ਨਹੀਂ ਵੀ ਹੁੰਦੀ। ਰਹਾਉ ਦੇ ਨਾਲ ਜੋੜ ਕੇ ਗੱਲ ਜ਼ਿਆਦਾ ਕਲੀਅਰ ਹੋ ਜਾਂਦੀ ਹੈ। ਤਾਂ ਇਸ ਸ਼ਬਦ ਦਾ ਵੀ ਜੋ ਰਹਾਉ ਦਾ ਬੰਦ ਹੈ, ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ, ਇਹ ਇਸ ਦਾ ਕੇਂਦਰੀ ਭਾਵ ਹੈ ਇਸ ਸ਼ਬਦ ਦਾ। तो शब्द आरंभ होता है कि जब हम होते तब तू नाही, अब तू ही मैं नाही, अनल अगम जैसे लहर मयोदध जल केवल जल माही। तो जिवें रहाउ की पंक्ति विच भगत जी ने गल की है, माधवे नूं संबोधन करके माधवे अकाल पुरख नूं संबोधन किया है। क्या कहिए भ्रम ऐसा, हे प्रभु हे माधव जी, सानू कुछ ऐसा ਭੁਲੇਖਾ ਪਿਆ ਹੋਇਆ ਹੈ ਜਿਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਉਹ ਅਸਲ ਵਿੱਚ ਉਸ ਭੁਲੇਖੇ ਦੀ ਭਗਤ ਜੀ ਗੱਲ ਕਰ ਰਹੇ ਹਨ ਕਿ ਜੋ ਹਰ ਦੁਨੀਆਦਾਰ ਨੂੰ ਮਾਇਆ ਦੇ ਭਰਮ ਜਾਲ ਦੇ ਕਰਕੇ ਭੁਲੇਖਾ ਪਿਆ ਰਹਿੰਦਾ ਹੈ। ਉਹ ਇਸ ਜਗਤ ਨੂੰ ਹੀ ਸਭ ਕੁਝ ਸਮਝ ਲੈਂਦਾ ਹੈ, ਮਾਇਆ ਦੇ ਸੁੱਖਾਂ ਨੂੰ ਹੀ ਸਭ ਕੁਝ ਸਮਝ ਲੈਂਦਾ ਹੈ। उस तरीके का जो भरम है वो इंसान नूं शुरू तो ही पै जाता है। पर असलीयत की है कि जैसा मानीए होए ना तैसा, जो असी मन्नी बैठे हाँ, जो असी मन लेंदे हाँ कि माया ही दे सुख ही सब कुछ सच है, असल विच वो हुंदा नहीं है, वो ठीक नहीं है। तो इहदी वजह नूं एक्सप्लेन करदे होए पहले पदे च भगत रविदास जी ने गल आखी है कि जद तकन साडे अंदर ये हौमै दा भरम है, हौमै दे साडे उत्ते प्रभाव है, तद तक तेरी ये असलीयत कि तू सर्व व्यापक है, सब जीवां दे अंदर तू है, उन्ना चिर तक ये सानू गल समझ पैंदी नहीं। जब हम होते तब तू नहीं, जिन्ना चिर साडे अंदर हौमै है तद तक तेरी होंद दा एहसास सानू बिल्कुल भी ध्यान च नहीं आता, असीं भुल्ले ही रहंदे हां, तेरी होंद तो अवेसले रहंदे हां। पर हुण कहंदे हन कि ऐसी अवस्था मेरी बन गई है कि अब तू ही मैं ना ही। ते इसदी इस अवस्था नूं एक्सप्लेन करन वास्ते वो एक मिसाल दिंदे हन समुंदर ते उहदी लहरां दा। अनल अगम जैसे लहर मयोदध, कि जदों बड़ी तेज हवा वगदी है, हनेरी आंदी है, तो समुंदर जिहड़ा है वो लहरां दे नाल भरपूर हो जाता है और दूरों देखिया इंज ही लगता है कि जिवें लहरां ही लहरां हन, पर असलीयत विच वो लहरां समुंदर का हिस्सा होंदियां हन कि पानी दे विच ही पानी बन के
ਫਿਰ ਉਹ ਸਮਾ ਜਾਂਦੀਆਂ ਹਨ ਤੇ ਫਿਰ ਜਦੋਂ ਹਵਾ ਰੁਕਦੀ ਹੈ ਤੇ ਸਮੁੰਦਰ ਦਾ ਕੇਵਲ ਜਲ ਨਿਰੋਲ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਲਹਿਰਾਂ ਦੀ ਹੋਂਦ ਖਤਮ ਹੋ ਜਾਂਦੀ ਹੈ। ਤਾਂ ਲਹਿਰਾਂ ਦੀ ਹੋਂਦ ਉਨਾ ਚਿਰ ਹੀ ਹੈ ਜਿੰਨਾ ਚਿਰ ਤੇਜ਼ ਹਵਾਵਾਂ ਵਗਦੀਆਂ ਹਨ ਤੇ ਉਹ ਸਮੁੰਦਰ ਤੋਂ ਵੱਖਰੀਆਂ ਨਜ਼ਰ ਆਉਂਦੀਆਂ ਹਨ, ਪਰ ਅਸਲੀਅਤ ਵਿੱਚ ਹੁੰਦੀਆਂ ਉਹ ਸਮੁੰਦਰ ਦਾ ਹੀ ਹਿੱਸਾ ਹਨ ਜੋ ਬਾਅਦ ਵਿੱਚ ਉਹਦੇ ਅੰਦਰ ਹੀ ਸਮਾ ਜਾਂਦੀਆਂ ਹਨ। ਤਾਂ ਇਹ ਵੀ ਇਸੇ ਤਰੀਕੇ ਹੀ ਮਨੁੱਖ ਨੂੰ ਦੁਨੀਆ ਦੇ ਅੰਦਰ ਪਰਮਾਤਮਾ ਤੋਂ ਵਿਛੜ ਕੇ ਇੰਝ ਲੱਗਦਾ ਹੈ ਕਿ ਜਿਵੇਂ ਉਹਦੀ ਆਪਣੀ ਕੋਈ ਹਸਤੀ ਬਹੁਤ ਵੱਖਰੀ ਹੈ, ਮਾਇਆ ਦੇ ਸੁੱਖ ਉਹਦੇ ਜੀਵਨ ਦਾ ਜਿਵੇਂ ਮਕਸਦ ਹੁੰਦੇ ਹਨ। ਤਾਂ ਇਸ ਤਰ੍ਹਾਂ ਦੇ ਭਰਮ ਭੁਲੇਖੇ ਉਸਨੂੰ ਪਏ ਰਹਿੰਦੇ ਹਨ। ਪਰ ਭਗਤ ਜੀ ਕਹਿੰਦੇ ਹਨ ਕਿ ਜੈਸਾ ਮਾਨੀਏ ਹੋਏ ਨਾ ਤੈਸਾ, ਇਹ ਹੁੰਦਾ ਉਹ ਅਸਲੀਅਤ ਉਹ ਨਹੀਂ ਹੁੰਦੀ ਜੋ ਇਨਸਾਨ ਨੂੰ ਲੱਗਦਾ ਹੈ। ਤਾਂ ਇਸੇ ਹੀ ਚੀਜ਼ ਨੂੰ ਐਕਸਪਲੇਨ ਕਰਦਿਆਂ ਹੋਇਆ ਦੂਸਰੇ ਪਦੇ ਵਿੱਚ ਉਹਨਾਂ ਨੇ ਮਿਸਾਲ ਦਿੱਤੀ ਹੈ ਇੱਕ ਰਾਜੇ ਦੀ। ਕਹਿੰਦੇ ਨੇ ਮਾਨੋ ਇਹ ਮੰਨ ਲਓ ਕਿ ਜਿਵੇਂ ਕੋਈ ਇੱਕ ਰਾਜਾ ਹੋਵੇ, ਨਰਪਤ ਰਾਜਾ ਇੱਕ ਸਿੰਘਾਸਨ ਸੋਇਆ, ਸਿੰਘਾਸਨ ਤੇ ਬੈਠਾ ਬੈਠਾ ਜੇ ਭਲਾ ਉਹਦੀ ਨੀਂਦ ਜੋ ਲੱਗ ਜਾਏ, ਉਸਨੂੰ ਨੀਂਦਰ ਆ ਜਾਵੇ ਤੇ ਉਸ ਸਿੰਘਾਸਨ ਤੇ ਬੈਠੇ ਬੈਠੇ ਨੀਂਦਰ ਦੇ ਅੰਦਰ ਉਹ ਸੁਪਨੇ ਆਵੇ ਉਸਨੂੰ, ਔਰ ਉਹਨੂੰ ਇਉਂ ਲੱਗਿਆ ਜਿਵੇਂ ਕਿ ਉਹ ਭਿਖਾਰੀ ਹੁੰਦਾ ਹੈ। ਤਾਂ ਹੁਣ ਬੈਠਾ ਉਹ ਸਿੰਘਾਸਨ ਤੇ ਹੋਇਆ ਹੈ, ਪਰ ਸੁਪਨੇ ਦੇ ਅੰਦਰ ਉਹ ਭਿਖਾਰੀ ਹੈ ਤੇ ਹੁੰਦਿਆਂ ਸੁੰਦਿਆਂ ਰਾਜ ਅਛਤ ਰਾਜ ਵਿਚਰਤ ਦੁੱਖ ਪਾਇਆ, ਉਹ ਸੋ ਗਤ ਪਈ ਹਮਾਰੀ। ਕੋਈ ਕਹਿੰਦੇ ਹਨ ਕਿ ਭਈ ਸਿੰਘਾਸਨ ਤੇ ਬੈਠਾ ਹੋਇਆ ਰਾਜਾ ਸੁਪਨੇ ਦੇ ਵਿੱਚ ਭਿਖਾਰੀ ਬਣਿਆ ਹੋਇਆ ਦੁਖੀ ਹੋ ਰਿਹਾ ਹੈ। ਤਾਂ ਇੱਕ ਕਹਾਣੀ ਵੀ ਆਮ ਲੋਕੀ ਇਹੋ ਜਿਹੀ ਇੱਕ ਸੁਣਾਉਂਦੇ ਹਨ ਕਿ ਜੀ ਇੱਕ ਰਾਜਾ ਸੁਪਨੇ ਤੇ ਸਿੰਘਾਸਨ ਤੇ ਬੈਠਾ ਬੈਠਾ ਸੌ ਗਿਆ, ਸੁਪਨਾ ਆਇਆ ਉਸਨੂੰ ਤੇ ਫਿਰ ਉਸਨੇ ਸੁਪਨੇ ਦੇ ਵਿੱਚ ਹੀ ਉਹ ਭਿਖਾਰੀ ਦੇ ਘਰ ਜਨਮ ਲੈ ਲੈਂਦਾ ਹੈ। ਉਹਦੇ ਕਈ ਸਾਰੇ ਬੱਚੇ ਹੋ ਜਾਂਦੇ ਹਨ ਜਿਨ੍ਹਾਂ ਦੇ ਨਾਲ ਫਿਰ ਉਹਦਾ ਪਾਲਣਾ ਪੋਸ਼ਣਾ ਕਰਨ ਵਾਸਤੇ ਉਹਨੂੰ ਬੜਾ ਦੁੱਖ ਦਰਦ ਤਕਲੀਫ ਸਹਾਰਨੀ ਪੈਂਦੀ ਹੈ ਤੇ ਫਿਰ ਉਹ ਮਰ ਜਾਂਦੇ ਹਨ, ਉਹਨਾਂ ਵਿੱਚੋਂ ਇੱਕ ਬੱਚਾ ਮਰ ਜਾਂਦਾ ਹੈ ਤੇ ਉਧਰੋਂ ਉਹਦਾ ਇਸ ਨੂੰ ਇਸ ਨਾਲ ਵੀ ਜੋੜਦੇ ਹਨ ਕਿ ਰਾਜੇ ਦਾ ਆਪਣਾ ਬੱਚਾ ਜਿਹੜਾ ਹੈ ਉਹ ਬਿਮਾਰ ਹੁੰਦਾ ਹੈ ਤੇ ਉਧਰੋਂ ਉਹਦੀ ਮੌਤ ਹੋ ਜਾਂਦੀ ਹੈ ਤੇ ਹੁਣ ਉਹਦੇ ਚੀਕ ਵੱਜਦੀ ਹੈ ਰਾਣੀ ਦੀ ਤੇ ਉਹਦੀ ਨੀਂਦ ਖੁੱਲ ਜਾਂਦੀ ਹੈ ਤੇ ਫਿਰ ਉਹ ਰਾਜਾ ਹੱਸਣ ਲੱਗ ਪੈਂਦਾ ਹੈ ਤੇ ਲੋਕੀ ਜਿਹੜੇ ਰਾਜ ਮਹਿਲ ਦੇ ਲੋਕ ਨੇ ਬੜੇ ਹੈਰਾਨ ਹੁੰਦੇ ਨੇ ਕਿ ਰਾਜੇ ਨੂੰ ਕਿਸੇ ਦੇ ਪਾਗਲਪਨ ਦਾ ਦੌਰਾ ਤਾਂ ਨਹੀਂ ਪੈ ਗਿਆ। ਉਹ ਇਸ ਤਰੀਕੇ ਦੀ ਕਹਾਣੀ ਜੋੜ ਕੇ ਉਹ ਕਹਿੰਦੇ ਤੇ ਰਾਜਾ ਕਹਿੰਦਾ ਹੈ ਕਿ ਵੀ ਮੈਂ ਇੱਕ ਨੂੰ ਰੋਵਾਂ ਕਿ 10 ਨੂੰ ਰੋਵਾਂ, ਕਿ ਵੀ ਜਦੋਂ ਮੈਂ ਸਿੰਘਾਸਨ ਤੇ ਸੁੱਤਾ ਹੋਇਆ ਸੀ ਤੇ ਮੇਰੇ 10 ਬੱਚੇ ਸੀਗੇ ਤੇ ਹੁਣ ਸੁਪਨਾ ਟੁੱਟ ਗਿਆ ਹੈ ਤੇ ਉਹ ਇੱਕ ਵੀ ਨਹੀਂ ਰਿਹਾ, ਤੇ ਜੇ ਇਸ ਜ਼ਿੰਦਗੀ 'ਚ ਮੈਂ ਦੇਖਾਂ ਮੇਰਾ ਇੱਕ ਬੱਚਾ ਸੀ ਉਹ ਨਹੀਂ ਰਿਹਾ ਤੇ ਮੈਂ ਉਹਦੇ ਵਾਸਤੇ ਰੋਵਾਂ ਕਿ ਜਾਂ 10 ਵਾਸਤੇ ਰੋਵਾਂ। ਤੇ ਉਹ ਇਸ ਨੂੰ ਲੈ ਕੇ ਤੇ ਉਹ ਕਹਿੰਦੇ ਹਨ ਕਿ ਵੀ ਇਹ ਦੁਨੀਆ ਵੀ ਸਾਰੀ ਸੁਪਨੇ ਦੀ ਨਿਆਈ ਹੈ। ਇਸ ਤਰੀਕੇ ਨਾਲ ਕੋਈ ਕਹਾਣੀ ਜੋੜ ਕੇ ਐਕਸਪਲੇਨ ਕੀਤੀ ਜਾਂਦੀ ਹੈ, ਪਰ ਬਿਨਾਂ ਕਹਾਣੀ ਦੇ ਵੀ ਜੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸਿਰਫ ਇੱਕ ਮਿਸਾਲ ਦਿੱਤੀ ਗਈ ਹੈ ਕਿ ਮਾਨੋ ਜਿਵੇਂ ਇੱਕ ਸਿੰਘਾਸਨ ਤੇ ਰਾਜਾ ਬੈਠਾ ਬੈਠਾ ਸੁਪਨੇ ਦੇ ਵਿੱਚ ਭਿਖਾਰੀ ਬਣ ਕੇ ਆਪਣਾ ਰਾਜ ਭਾਗ ਹੁੰਦਿਆਂ ਹੋਇਆਂ ਵੀ ਦੁਖੀ ਹੁੰਦਾ ਹੈ ਸੁਪਨੇ ਦੇ ਅੰਦਰ। ਇਸ ਇਨਸਾਨ ਦੀ ਅਵਸਥਾ ਵੀ ਇਹੋ ਜਿਹੀ ਕੁਝ ਹੈ, ਸੋ ਗਤ ਪਈ ਹਮਾਰੀ। ਸਾਡੇ ਇਨਸਾਨਾਂ ਦੀ ਵੀ ਉਹੀ ਅਵਸਥਾ ਹੈ। ਪਰਮਾਤਮਾ ਨੇ ਸਾਨੂੰ ਇਸ ਸ੍ਰਿਸ਼ਟੀ ਦੇ ਅੰਦਰ ਸਰਵੋਤਮ ਸਭ ਤੋਂ ਉੱਤਮ ਜੂਨੀ ਮਨੁੱਖਾ ਜਨਮ ਬਖਸ਼ਿਆ ਹੈ। ਮਾਨੋ ਇਸ ਸ੍ਰਿਸ਼ਟੀ ਦਾ ਰਾਜ ਸਾਨੂੰ ਸੌਂਪਿਆ ਹੈ ਤੇ ਇਸ ਰਾਜ ਦੇ ਹੁੰਦਿਆਂ ਸੁੰਦਿਆਂ ਵੀ ਅਸੀਂ ਮਾਇਆ ਦੀ ਗਹਿਰੀ ਨੀਂਦ ਵਿੱਚ ਸੌਂ ਕੇ ਤੇ ਭਿਖਾਰੀ ਵਰਗੇ ਹੀ ਜੀਵਨ ਜਿਉ ਰਹੇ ਹਾਂ। ਇੱਕ ਦੂਜੇ ਦੇ ਕੋਲੋਂ ਮੰਗਾਂ ਮੰਗਦੇ ਹਾਂ, ਦੁਨਿਆਵੀ ਸੁੱਖਾਂ ਦੀ ਖਾਤਰ ਕਿਸੇ ਦੀ ਖੁਸ਼ਾਮਦ ਕਰਦੇ ਹਾਂ, ਕਿਸੇ ਦੇ ਮਗਰ ਮਗਰ ਫਿਰਦੇ ਹਾਂ, ਲੋਕਾਂ ਦੇ ਅੱਗੇ ਹੱਥ ਜੋੜਦੇ ਹਾਂ। ਤੋ ਇਹ ਭਿਖਾਰੀ ਵਾਲੇ ਵਰਗੇ ਕਰਮ ਜਿਹੜੇ ਹਨ ਅਸੀਂ ਆਸੇ ਇਸ ਰਾਜ ਭਾਗ ਦੇ ਹੁੰਦਿਆਂ ਹੋਇਆਂ। ਰਾਜ ਭਾਗ ਕੀ ਹੈ? ਕਿ ਜੋ ਕਿਸੇ ਜੂਨੀ ਦੇ ਅੰਦਰ ਜਿਹੜੀ ਵਿਵੇਕ ਬੁੱਧੀ ਨਹੀਂ ਹੈ, ਜੋ ਸੋਚ ਸ਼ਕਤੀ ਹੈ, ਉਹ ਇਨਸਾਨ ਨੂੰ ਬਖਸ਼ਿਸ਼ ਹੋਈ ਹੈ ਉਸਦੇ ਹੁੰਦਿਆਂ ਹੋਇਆਂ ਵੀ, ਔਰ ਇਹ ਨੌਲੇਜ ਹੁੰਦਿਆਂ ਹੋਇਆਂ ਵੀ ਕਿ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਦੇ ਨਾਲ ਅਭੇਦ ਹੋਣ ਵਾਸਤੇ ਮਿਲਿਆ ਹੈ ਔਰ ਇਹ ਮੁਮਕਿਨ ਹੈ ਕਿ ਇਸ ਜਨਮ ਦੇ ਅੰਦਰ ਪ੍ਰਭੂ ਨਾਲ ਅਭੇਦ ਹੋਇਆ ਜਾ ਸਕਦਾ ਹੈ। ਇਸ ਸਭ ਕੁਝ ਹੁੰਦਿਆਂ ਹੋਇਆਂ ਵੀ ਇਨਸਾਨ ਕੇਵਲ ਮਾਇਆ ਦੇ ਮਗਰ ਹੀ ਇੱਕ ਭਿਖਾਰੀ ਵਾਂਗੂ ਤੁਰਿਆ ਫਿਰਦਾ ਹੈ। ਤਾਂ ਜਿਸ ਤਰ੍ਹਾਂ ਸਿੰਘਾਸਨ ਤੇ ਬੈਠਾ ਹੋਇਆ ਰਾਜਾ ਸੁਪਨੇ 'ਚ ਭਿਖਾਰੀ ਬਣ ਜਾਂਦਾ ਹੈ, ਇਹ ਇਨਸਾਨ ਇਸ ਮਨੁੱਖਾ ਜਨਮ ਦੇ ਅੰਦਰ ਅਮੋਲਕ ਜਨਮ ਪ੍ਰਾਪਤ ਕਰਕੇ ਵੀ ਕੌਡੀਆਂ ਦੇ ਬਦਲੇ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਹੈ। ਤਾਂ ਭਗਤ ਜੀ ਕਹਿੰਦੇ ਹਨ ਕਿ ਅਛਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਸਾਡੀ ਉਹ ਹਾਲਤ ਬਣੀ ਪਈ ਹੈ ਕਿ ਜਿਵੇਂ ਰਾਜਾ ਸਿੰਘਾਸਨ ਤੇ ਬਹਿ ਕੇ
ਤੇ ਸੁਪਨੇ ਦੇ ਵਿੱਚ ਭਿਖਾਰੀ ਬਣ ਕੇ ਦੁਖੀ ਹੁੰਦਾ ਹੈ। तो बाकी ਦੇ ਸ਼ਬਦ ਦੇ ਅੰਦਰ ਵੀ ਇਸ ਤਰੀਕੇ ਦੀਆਂ ਮਿਸਾਲਾਂ ਭਗਤ ਜੀ ਨੇ ਦਿੱਤੀਆਂ ਹਨ। ਉਹ ਜਿਨ੍ਹਾਂ ਤੋਂ ਭਾਵ ਜਿਹੜਾ ਹੈ ਉਹ ਰਾਹੋਂ ਦੇ ਬੰਦ ਦੇ ਨਾਲ ਹੀ ਜੋੜ ਕੇ ਸਪਸ਼ਟ ਹੋ ਜਾਂਦਾ ਹੈ। ਉਹ ਰੱਸੀ ਦੀ ਮਿਸਾਲ ਦਿੱਤੀ ਹੈ, ਰਾਜ ਭੁਜੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਕਿ ਜਿਵੇਂ ਰੱਸੀ ਹਨੇਰੇ 'ਚ ਪਈ ਹੋਵੇ ਤੇ ਦੂਰੋਂ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਮਾਨੋ ਸੱਪ ਹੈ, ਪਰ ਜੇ ਚਾਨਣ ਹੋ ਜਾਵੇ, ਪਤਾ ਲੱਗ ਜਾਵੇ ਤੇ ਫਿਰ ਬੰਦੇ ਨੂੰ ਡਰ ਨਹੀਂ ਲੱਗਦਾ, ਪਰ ਜੇ ਦੂਰੋਂ ਦੇਖ ਕੇ ਉਹ ਰੱਸੀ ਤੋਂ ਵੀ ਡਰਦਾ ਫਿਰਦਾ ਹੈ। ਇੱਕ ਹੋਰ ਮਿਸਾਲ ਦਿੱਤੀ ਹੈ, ਅਨੇਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਣ ਨਾ ਆਇਆ, ਕਿ ਸੋਨੇ ਦੇ ਵੱਖੋ ਵੱਖਰੇ ਗਹਿਣੇ ਬਣਾਏ ਜਾਣ ਤੇ ਉਹਨਾਂ ਦੇ ਨਾਮ ਵੱਖੋ ਵੱਖਰੇ ਪੈ ਜਾਂਦੇ ਹਨ। ਕੋਈ ਕੜਾ ਹੈ, ਕੋਈ ਚੇਨ ਹੈ, ਕੋਈ ਹਾਰ ਹੈ, ਕੋਈ ਕਾਂਟੇ ਹਨ, ਕੁਛ ਹੈ, ਪਰ ਹੁੰਦਾ ਅੰਦਰ ਸਭ ਦੇ ਸੋਨਾ ਹੀ ਹੈ। ਜਿਵੇਂ ਸਮੁੰਦਰ ਦੀਆਂ ਲਹਿਰਾਂ ਕੇਵਲ ਪਾਣੀ ਹੀ ਹੁੰਦੀਆਂ ਹਨ, ਉਵੇਂ ਹੀ ਸੋਨੇ ਦੇ ਗਹਿਣੇ ਵੀ ਨਿਰਾ ਸੋਨਾ ਹੀ ਹੁੰਦੇ ਹਨ। ਤੇ ਜਦੋਂ ਸੋਨੇ ਦਾ ਸਾਰੇ ਗਹਿਣਿਆਂ ਨੂੰ ਮੁੜ ਕੇ ਅਗਰ ਜੇ ਉਹ ਸੋਨਾ ਬਣਾ ਦਿੱਤਾ ਜਾਵੇ ਤੇ ਉਹਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਤਾਂ ਇਵੇਂ ਹੀ ਉਹ ਅਗਲੇ ਬੰਦੇ 'ਚ ਕਹਿੰਦੇ ਹਨ ਕਿ ਸਰਬੇ ਏਕ ਅਨੇਕੈ ਸੁਆਮੀ ਸਭ ਘਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨਿਰੈ ਸਹਿਜੇ ਹੋਏ ਸੋਈ, ਕਿ ਸਭ ਜਗ੍ਹਾ ਉਹ ਮਾਲਕ ਜਗਤ ਦਾ ਸੁਆਮੀ, ਸ੍ਰਿਸ਼ਟੀ ਦਾ ਰਚਨਹਾਰ ਸਭ ਹਿਰਦਿਆਂ ਦੇ ਅੰਦਰ ਉਹ ਆਪ ਹੀ ਵਰਤ ਰਿਹਾ ਹੈ। ਤੇ ਔਰ ਸਾਡੇ ਤਾਂ ਇੰਨਾ ਨੇੜੇ ਹੈ ਕਿ ਜਿਵੇਂ ਮਾਨੋ ਹੱਥ ਤੋਂ ਵੀ ਨੇੜੇ ਹੈ। ਇਨਸਾਨ ਦਾ ਹੱਥ ਜਿਹੜਾ ਹੈ ਉਹਦੇ ਆਪਣੇ ਕੰਟਰੋਲ ਵਿੱਚ ਹੈ, ਆਪਣੇ ਸਭ ਤੋਂ ਨੇੜੇ ਹੈ, ਪਰ ਕਹਿੰਦੇ ਹਨ ਕਿ ਉਹ ਪ੍ਰਭੂ ਤਾਂ ਸਾਡੇ ਹੱਥ ਤੋਂ ਵੀ ਨੇੜੇ ਹੈ, ਸਾਡੇ ਅੰਦਰ ਹੀ ਹੈ। ਤੋ ਜੋ ਕੁਝ ਦੁਨੀਆ 'ਚ ਹੋ ਰਿਹਾ ਸਹਿਜੇ ਹੋਏ ਸੋਈ, ਜੋ ਹੋ ਰਿਹਾ ਹੈ ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਜੇ ਕੋਈ ਸਮੁੰਦਰ ਦੀਆਂ ਲਹਿਰਾਂ ਪਾਣੀ ਦੀਆਂ ਸਮੁੰਦਰ ਤੋਂ ਵੱਖਰੀਆਂ ਨਜ਼ਰ ਆ ਰਹੀਆਂ ਹਨ, ਇਹ ਵੀ ਉਹਦਾ ਹੁਕਮ ਹੈ। ਤੇ ਜਦੋਂ ਉਹ ਪਾਣੀ ਦੀ ਹਨੇਰੀ ਮੁੱਕ ਜਾਂਦੀ ਹੈ, ਵਹਾਅ ਮੁੱਕ ਜਾਂਦੀ ਹੈ, ਤਾਂ ਉਹ ਮੁੜ ਕੇ ਲਹਿਰਾਂ ਸਮੁੰਦਰ ਦਾ ਹਿੱਸਾ ਬਣ ਜਾਂਦੀਆਂ ਹਨ। ਤਿਵੇਂ ਹੀ ਉਹ ਸਿੰਘਾਸਨ ਤੇ ਬੈਠਾ ਹੋਇਆ ਰਾਜਾ ਸੁਪਨੇ 'ਚ ਭਿਖਾਰੀ ਦਾ ਦੁੱਖ ਭੋਗਦਾ ਹੈ। ਇਹ ਇਨਸਾਨ ਵੀ ਮਨੁੱਖਾ ਜਨਮ ਦੇ ਅੰਦਰ ਮਾਇਆ ਦੇ ਮਗਰ ਲੱਗ ਕੇ ਪ੍ਰਭੂ ਤੋਂ ਵਿਛੜ ਕੇ ਦੁਖੀ ਹੁੰਦਾ ਹੈ। ਤੇ ਹੋ ਸਭ ਕੁਝ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਰਿਹਾ ਹੈ। ਸਭ ਦੇ ਅੰਦਰ, ਸਭ ਜੀਵਾਂ ਦੇ ਅੰਦਰ ਉਹ ਸਭ ਇੱਕੋ ਸਭ ਦੇ ਅੰਦਰ ਇੱਕੋ ਇੱਕ ਪ੍ਰਮਾਤਮਾ ਦੀ ਹੀ ਜੋਤ ਹੈ, ਪਰ ਇਨਸਾਨ ਇੱਕ ਦੂਜੇ ਤੋਂ ਵੱਖਰਾ ਹੋ ਕੇ ਦੂਜਿਆਂ ਦੇ ਨਾਲ ਨਫ਼ਰਤ ਤੇ ਵੈਰ ਵਿਰੋਧ ਦੀ ਭਾਵਨਾ ਰੱਖਦਾ ਹੈ। ਜੇ ਉਸ ਨੂੰ ਇਹ ਅਸਲੀਅਤ ਦੀ ਸਮਝ ਆ ਜਾਵੇ ਤਾਂ ਫਿਰ ਉਹਨੂੰ ਗੱਲ ਦੀ ਸੋਝੀ ਹੋ ਜਾਏਗੀ ਕਿ ਸਭ ਦੇ ਅੰਦਰ ਉਹ ਇੱਕੋ ਇੱਕ ਪ੍ਰਭੂ ਹੈ, ਕੋਈ ਭਿੰਨ ਭੇਦ ਨਹੀਂ ਹੈ। ਪਰ ਇਹ ਸਭ ਕੁਝ ਉਸ ਪ੍ਰਭੂ ਦੀ ਰਜ਼ਾ ਦੇ ਅੰਦਰ ਹੀ ਹੈ। ਤਾਂ ਇਹ ਇਸੇ ਚੀਜ਼ ਨੂੰ ਜੋ ਰਾਹ ਦੇ ਜਿਹਨਾਂ ਨੇ ਬਿਆਨ ਕੀਤਾ ਹੈ, ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ, ਹੈ ਤਾਂ ਸਭ ਜਗ੍ਹਾ ਪ੍ਰਭੂ ਦੀ ਜੋਤ ਹੈ, ਪਰ ਅਸੀਂ ਸਭ ਕੁਝ ਵਖਰੇਵੇਂ ਪਾ ਕੇ ਦੁਖੀ ਹੁੰਦੇ ਹਾਂ, ਪਰ ਇਹ ਅਸਲੀਅਤ ਹੈ ਨਹੀਂ। तो इतने ही बचन प्रवान करने जी, होइयां भुल्लां दी खिमा। वाहिगुरू जी का खालसा, वाहिगुरू जी की फतेह। उम्मीद है डॉक्टर साहब MP ਸਿੰਘ ਜੀ ਨੇ ਬੜੀ ਕਲੀਅਰ ਤੌਰ ਤੇ ਦੱਸਤਾ ਇਸ ਜਿਹੜੀ ਸਾਖੀ ਦੀ ਗੱਲ ਹੈ ਜਾਂ ਇਸ ਤੁਕ ਦੀ ਗੱਲ ਹੈ ਕਿ ਸਭ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ, ਪਰੰਤੂ ਪਛਾਣਦਾ ਕੋਈ ਹੈ ਤਾਂ ਸਭ ਦੇ ਅੰਦਰ, ਪਰੰਤੂ ਕਿਸੇ ਨੂੰ ਪਛਾਣ ਆਉਂਦੀ ਹੈ। ਜਿਹੜਾ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਦੇਖਦਾ ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਤਾਂ ਵਾਹਿਗੁਰੂ ਜੀ ਦੀ ਸੰਤਾਨ ਹਾਂ ਤੇ ਮੈਨੂੰ ਕਿਸੇ ਦੀ ਮੁਤਾਜਗੀ ਕਰਨ ਦੀ ਲੋੜ ਨਹੀਂ। ਸਤਿਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਆਓ ਗੁਰੂ ਮਗਰ ਲੱਗੀਏ। ਤੋ ਆਸ ਹੈ ਸੰਗਤ ਤੋਂ ਵੀ ਕਿ ਇਹ ਜਿਹੜੀ ਸਵਾਲ ਦਾ ਗੁੱਝਾ ਭਾਵ ਹੈ ਉਹ ਸਾਨੂੰ ਸਮਝ ਆ ਗਿਆ ਹੋਵੇਗਾ। ਤੋ ਆਓ ਸਾਧ ਸੰਗਤ ਜੀ, ਅਗਲੇ ਸਵਾਲ ਕਰਨ ਤੋਂ ਪਹਿਲਾਂ ਇੱਕ ਗਰੁੱਪ ਚੈਟ ਵਿੱਚ ਸਾਡੇ ਨਾਲ ਕਾਫੀ ਦੇਰ ਤੋਂ ਜੁੜਦੇ ਨੇ ਵੀ ਰਾਮ ਕਿਸ਼ਨ ਜੀ ਭਾਖੜ ਰਾਜਸਥਾਨ ਤੋਂ। ਉਹਨਾਂ ਨੇ ਸੁਝਾਅ ਦਿੱਤਾ ਵੀ ਜਿਸ ਵੇਲੇ ਕੋਈ ਵਿਆਖਿਆ ਕੀਤੀ ਜਾਂਦੀ ਉਹਦੇ ਐਂਡ ਤੇ ਥੋੜਾ ਜਿਹਾ ਹਿੰਦੀ 'ਚ ਵੀ ਸਮਝਾ ਦਿਓ, ਕਿਉਂਕਿ ਉਹਨਾਂ ਦੀ ਹਿੰਦੀ ਭਾਸ਼ਾ। ਵੈਸੇ ਤਾਂ ਰਾਮ ਕਿਸ਼ਨ ਜੀ ਹਿੰਦੀ ਤੇ ਪੰਜਾਬੀ ਬਿਲਕੁਲ ਨਜ਼ਦੀਕ ਨੇ ਤੇ ਇੱਕ ਦੂਜੇ ਨੂੰ ਮਤਲਬ ਤਕਰੀਬਨ ਸਮਝ ਪੈ ਹੀ ਜਾਂਦੀ। ਉਂਝ ਜੀ ਤੁਸੀਂ ਰਾਜਸਥਾਨ ਤੋਂ, ਰਾਜਸਥਾਨ ਤੇ ਪੰਜਾਬ ਵੈਸੇ ਵੀ ਇਕੱਠੇ ਨੇੜੇ ਨੇ, ਤਾਂ ਫਿਰ ਵੀ ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਕਰੀਏ। ਤਾਂ ਅੱਜ ਵੀ ਜਿਹੜਾ ਸਵਾਲ ਸੀਗਾ ਉਹਦੇ 'ਚ ਹੀ MP ਸਿੰਘ जी ने बहुत अच्छे तरीके से बता दिया कि हर एक प्राणी के अंदर वाहिगुरु की जोत है, उसको पहचानने की जरूरत है। जब जोत को पहचान लेंगे तो फिर हमें एक गर्व होगा, हमें एक प्राउड होगा कि हम वाहिगुरु की संतान हैं। इसलिए हम किसी और के सामने बैगर नहीं बनना है। वी आर सन्स एंड डॉटर्स ऑफ वाहिगुरु, तो उसके साथ जुड़े रहना।